श्री वाहिगुरु साहिब जीओ। छोदत रहत कोरे गन हाथी, चारा अल्प आई बन साथी। छोदत रहत कोरे गन हाथी, चारा अल्प आए बन साथी। सतनाम श्री वाहिगुरु जी। गोविंद सिंह गुरु गत दायक, आन की आस नहीं मन राई। चातरक चीत मोहर मोहरट, सवात दिदार कवै एहो पाए। जियो पतंग नेहो की डोर बदा, डगडोल सोले हो मिलाई। सिंध उतासन भव की गत, मोहे मया कर ले हो बचाई। ਏਕੰਕਾਰ ਸਤਿਗੁਰੂ ਤੇ प्रसाद सच होई। ਵਾਹਿਗੁਰੂ ਜੀ ਕੀ ਫਤਿਹ। विघ्न विनाशन सोई। ਵਾਹਿਗੁਰੂ ਜੀ ਕੀ ਫਤਿਹ। विघ्न विनाशन सोई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਗਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਰਬਾਬੀ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਹੀ ਆ ਕਰਕੇ ਗੋਪੀ ਚੰਦ ਦੀ ਜਿਹੜੀ ਵਾਰ ਸੰਗਤਾਂ ਦੇ ਵਿੱਚ ਪੜ੍ਹ ਦਿੱਤੀ, ਇਹਦੇ ਕਰਕੇ ਇੱਕ ਗੁਰਸਿੱਖ ਦੇ ਮਨ ਦੇ ਅੰਦਰ ਬੜੀਆਂ ਤਰਕਾਂ, ਬੜੀਆਂ ਦਲੀਲਾਂ ਪੈਦਾ ਹੋ ਗਈਆਂ ਵੀ ਇਹਨਾਂ ਨੇ ਸਤਿਗੁਰੂ ਜੀ ਦੀ ਜਿਹੜੀ ਅੰਮ੍ਰਿਤ ਬਾਣੀ, ਉਹਦੇ ਸ਼ਬਦਾਂ ਦਾ ਤਿਆਗ ਕਰਦੇ ਹੋਇਆਂ ਅਨੁਸਾਰ ਆ ਗੋਪੀ ਚੰਦ ਦੀ ਵਾਰ ਦਾ ਝਗੜਾ ਸ਼ੁਰੂ ਕਰ ਲਿਆ। ਜਾ ਕਰਕੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਇਹਨਾਂ ਦੀ ਸ਼ਿਕਾਇਤ ਕਰ ਦਿੱਤੀ। ਸੁਣ ਕਰਕੇ ਸਰਬਗੰਤਰ ਜਾਮੀ ਸਤਿਗੁਰੂ ਜੀ ਕਹਿ ਲੱਗੇ, ਗੁਰਮੁਖਾ ਵੀ ਤੇਰੇ ਵਰਗੇ ਗੋਪੀ ਚੰਦ ਬੈਰਾਗੀ ਪੁਰਸ਼ਾਂ ਦੀ ਕਿਵੇਂ ਬਰਾਬਰੀ ਕਰ ਸਕਦੇ ਹਨ, ਤੇ ਜਿਨੇ ਇਤਨਾ ਵੱਡਾ ਰਾਜ ਭਾਗ 1400 ਦੀ ਗਿਣਤੀ ਦੇ ਵਿੱਚ ਰਾਣੀਆਂ ਮਹਾਰੀਆਂ ਦਾ ਤਿਆਗ ਕਰਨ ਦੇ ਲਈ ਇੱਕ ਜ਼ਿਆਦਾ ਕੋਈ ਪਲ ਵੀ ਸੀ ਨਹੀਂ ਲਗਾਇਆ। ਜਿਹੜੇ ਹੀਰੇ ਜਵਾਹਰਾਤਾਂ ਦੇ ਖਜ਼ਾਨੇ ਉਹਨਾਂ ਨੂੰ ਇੱਕ ਘਾਹ ਦੇ ਤਣਕੇ ਦੇ ਸਮਾਨ ਜਾਣਦਿਆਂ ਹੋਇਆਂ ਠੋਕਰ ਮਾਰ ਦਿੱਤੀ। ਤੇ ਤੂੰ ਆ ਮਾੜੀ ਮੋਟੀ ਲਿਆ ਕਰਕੇ ਜੋ ਵੀ ਗੁਰੂ ਘਰ ਦੀ ਮਾਇਆ ਹੈ ਆਪਣੇ ਪਰਿਵਾਰ ਦੇ ਅੱਗੇ ਰੱਖ ਦਿੰਨਾ। ਨਾ ਤੇਰੇ ਪਰਿਵਾਰ ਨੇ ਕੋਈ ਰਹਿਣੀ ਵੀ ਧਾਰਨ ਨਹੀਂ ਕੀਤੀ ਹੋਈ, ਨਾ ਕੋਈ ਉਹਨਾਂ ਨੂੰ ਪਰਮਾਤਮਾ ਨੇ ਇਹੋ ਜਿਹਾ ਸੋਹਣਾ ਸਰੀਰ ਵੀ ਨਹੀਂ ਬਖਸ਼ਿਆ ਹੋਇਆ। ਤੂੰ ਤਾਂ ਉਹਦੀ ਆਗਿਆ ਦੇ ਵਿੱਚ ਹੀ ਸਦਾ ਬਾਤ 'ਤੇ ਚੱਲਦਾ ਹੈ। ਹੁਣ ਇਹੋ ਜਿਹੇ ਜਿਹੜੇ ਬੈਰਾਗੀ ਪੁਰਸ਼ ਪਰਮਾਤਮਾ ਦੇ ਪਿਆਰੇ,
ਉਹਨਾਂ ਦੇ ਜੀਵਨ ਤੋਂ ਤਾਂ ਜਿਗਿਆਸੂਆਂ ਨੂੰ ਬੜੀ ਸੇਧ ਪ੍ਰਾਪਤ ਹੋਇਆ ਕਰਦੀ ਹੈ ਵੀ ਜਿਹੜੇ ਰਿਸ਼ੀਆਂ ਮੁਨੀਆਂ ਦੇ ਬੜੇ ਬੜੇ ਧਾਰਮਿਕ ਗ੍ਰੰਥ ਰਚੇ ਹੋਏ ਨੇ, ਰਮਾਇਣ ਹੈ, ਮਹਾਭਾਰਤ ਹੈ, ਗੀਤਾ ਹੈ, ਇਹਨਾਂ ਦੇ ਵਿੱਚ ਵੀ ਬੜੇ ਗਿਆਨ ਦੇ ਜਿਹੜੇ ਪ੍ਰਵਚਨ ਲਿਖੇ ਹੋਏ ਹਨ। ਉਸ ਸਮੇਂ ਸਤਿਗੁਰੂ ਜੀ ਨੇ ਆਪਣੇ ਵੱਲੋਂ ਇਸ ਗੁਰ ਸਿੱਖ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਰੋਜ਼ਾਨਾ ਹੀ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੀਆਂ ਹਨ, ਜਿੱਥੇ ਬੜੀ ਪ੍ਰਵਿਰਤੀ ਵੱਧ ਚੁੱਕੀ ਹੈ। ਉੱਥੇ ਮਹਾਰਾਜ ਦੇ ਮਹਿਲਾਂ 'ਚ ਵੱਡੇ ਵੱਡੇ ਘੋੜੇ ਔਰ ਹਾਥੀਆਂ ਦੇ ਤਵੇਲੇ ਵੀ ਬਣ ਚੁੱਕੇ ਹਨ। ਦੂਰੋਂ ਦੂਰੋਂ ਜਿਹੜੇ ਸੌਦਾਗਰ ਲੋਕ, ਉਹਨਾਂ ਨੂੰ ਪਤਾ ਹੈ ਵੀ ਦਸ਼ਮੇਸ਼ ਪਿਤਾ ਕਦੇ ਵੀ ਕਿਸੇ ਦਾ ਇੱਕ ਪੈਸਾ ਵੀ ਆਪਣੇ ਪਾਸ ਨਹੀਂ ਰੱਖਦੇ। ਆ ਜਿਹੜੇ ਨੇ ਦੁਨਿਆਵੀ ਰਾਜੇ ਮਹਾਰਾਜੇ ਕਈ ਦਫਾ ਫਿਰ ਵਪਾਰੀਆਂ ਦਾ ਪੈਸਾ ਹੀ ਮਾਰ ਲੈਂਦੇ ਹਨ, ਪਰ ਸਤਿਗੁਰੂ ਜੀ ਨੇ ਕਦੇ ਵੀ ਇਹਨਾਂ ਸੌਦਾਗਰਾਂ ਦੀ ਜਿਹੜੀ ਘੋੜਿਆਂ ਦੀ ਕੀਮਤ ਹੈ ਆਪਣੇ ਪਾਸ ਨਹੀਂ ਰੱਖੀ। ਪੈਸਾ ਗਿਣ ਕਰਕੇ ਉਹਨਾਂ ਦੇ ਹੱਥ ਦੇ ਉੱਪਰ ਧਰ ਦਿੰਦੇ ਸਨ। ਬਹੁਤ ਸਾਰੇ ਸੌਦਾਗਰ ਵੀ ਮਹਾਰਾਜ ਦੇ ਪਾਸ ਘੋੜੇ ਵੇਚਣ ਦੇ ਲਈ ਆਉਂਦੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ੁੱਧਤ ਰਹਿਤ ਘੋਰੇ ਗਨ ਹਾਥੀ। ਜ਼ਿਆਦਾ ਜੋਧੇ ਸੂਰਮਿਆਂ ਨੇ ਬੇਨਤੀ ਕੀਤੀ, ਮਹਾਰਾਜ ਆਪਣਾ ਇਲਾਕੇ ਦੇ ਵਿੱਚ ਘਾਹ ਦੀ ਬੜੀ ਤੋਟ ਆ ਗਈ ਹੈ, ਇਸ ਕਰਕੇ ਜਿਹੜੇ ਆਪਣੇ ਹਾਥੀ ਔਰ ਘੋੜੇ ਬੜੇ ਭੁੱਖੇ ਰਹਿਣ ਲੱਗ ਪਏ ਹਨ। ਚਾਰਾ ਅਲਪ ਆਏ ਬਨ ਸਾਥੀ। ਜਰੋਈਆਂ ਬੀਆਬਾਨਾਂ ਜੰਗਲਾਂ ਦੇ ਵਿੱਚੋਂ ਹਰਾ ਹਰਾ ਕਾ ਬਹੁਤ ਘਾਟੀ ਵੱਢਣ ਵਾਸਤੇ ਪ੍ਰਾਪਤ ਹੋਣ ਲੱਗ ਪਿਆ ਹੈ। ਮਿਲਿਓ ਖਾਲਸਾ ਇੱਕ ਦਿਨ ਗਰਜੀ। ਸੱਚੇ ਪਾਤਸ਼ਾਹ ਇੱਕ ਦਿਨ ਜਦੋਂ ਖਾਲਸਾ ਇਹ ਗਰਜ ਨੂੰ ਮਨ ਦੇ ਅੰਦਰ ਧਾਰਨ ਕਰਕੇ ਮਹਾਰਾਜ ਦੇ ਪਾਸ ਹਾਜ਼ਰ ਹੋਏ ਸਨ। ਮਰਜੀ ਲਖੀ ਗੁਜ਼ਾਰਤ ਅਰਜੀ। ਇਹ ਹੁਣ ਸਤਿਗੁਰੂ ਜੀ ਦੀ ਮੌਜ ਨੂੰ ਦੇ ਦਿਓ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦੇ ਹਨ। ਸੁਣੀਏ ਹੈ ਸ਼੍ਰੀ ਸਤਿਗੁਰ ਮਹਾਰਾਜਾ। ਐ ਦੀਨ ਦੁਨੀਆ ਦੇ ਮਾਲਕ ਸਰਬੱਗ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਵੀ ਅਸੀਂ ਵੀ ਆਪਦੇ ਅੱਗੇ ਬੇਨਤੀ ਕਰਨੀ ਚਾਹੁੰਦੇ ਆ। ਨਿਕਟ ਨ ਰਹਿਓ ਹਾਥੀਆਂ ਖਾਜਾ। ਉਹਨਾਂ ਸਮਿਆਂ ਦੇ ਵਿੱਚ ਚਾਰੇ ਪਾਸੇ ਰੋਈਆਂ ਬੀਆਬਾਨੇ ਤਾਂ ਕੋਹਾਂ ਤੱਕ ਹੀ ਖੁੱਲੇ ਡੁੱਲੇ ਪਿਆ ਕਰਦੇ ਸਨ। ਜਿਹੜੇ ਪਹਾੜੀ ਰਾਜੇ, ਉਹਨਾਂ ਦੀਆਂ ਦੂਣਾਂ ਦੇ ਵਿੱਚ ਵੀ ਥਾਂ ਥਾਂ 'ਤੇ ਬਹੁਤ ਵੱਡਾ ਕਾਇ ਤਾਂ ਕੁਦਰਤੀ ਤੌਰ 'ਤੇ ਹੀ ਪੈਦਾ ਹੁੰਦਾ ਰਹਿੰਦਾ ਸੀ, ਪਰ ਸਤਿਗੁਰੂ ਜੀ ਦਾ ਜਿਹੜਾ ਇਲਾਕਾ ਥੋੜ੍ਹਾ ਹੈ, ਇਸ ਥਾਂ 'ਤੇ ਸ਼ਾਇਦ ਘਾਹ ਦੀ ਜਿਹੜੀ ਤੋਟ ਜ਼ਰੂਰ ਆ ਸਕਦੀ ਹੈ। ਤਿਮ ਹੀ ਤਿਰਨ ਨਾ ਤੁਰੰਗਮ ਕੇਰੀ। ਮਹਾਰਾਜ ਇਸੇ ਤਰ੍ਹਾਂ ਘੋੜਿਆਂ ਹਾਥੀਆਂ ਦੇ ਲਈ ਆਲੇ ਦੁਆਲੇ ਤੋਂ ਕੋਈ ਹੋ ਜਿਹਾ ਸਾਨੂੰ ਜਿਹੜਾ ਹਰਾ ਹਰਾ ਘਾਹ ਪ੍ਰਾਪਤ ਨਹੀਂ ਹੁੰਦਾ ਹੈ। ਨਹਿ ਪਈਅਤ ਹੈ ਕਿਤਹੂ ਨੇਰੀ। ਅਸੀਂ ਤਾਂ ਦੂਰ ਦੂਰ ਜਾ ਕਰਕੇ ਹਰੇ ਹਰੇ ਘਾਹ ਦੀ ਭਾਲ ਵੀ ਕਰਕੇ ਦੇਖ ਲਈ ਹੈ। ਰਹਿ ਸ਼ੁੱਧਤ ਗਜ ਬਾਜ ਸੋ ਦੁਰਬਲ। ਜਿੱਥੇ ਹੁਣ ਘੋੜੇ ਹਾਥੀਆਂ ਨੂੰ ਰੱਜ ਕਰਕੇ ਘਾਹ ਖਾਣ ਨੂੰ ਨਹੀਂ ਮਿਲਦਾ, ਉਹਨਾਂ ਦੇ ਸਰੀਰਾਂ ਵਿੱਚ ਫਿਰ ਕਮਜ਼ੋਰੀ ਤਾਂ ਆਪਣੇ ਆਪ ਹੀ ਪੈਦਾ ਹੋ ਜਾਣੀ ਹੈ। ਤੁਮ ਬਿਨ ਕਹੀ ਨਾ ਜਾਹੇ ਅਨੰਤ ਥਲ। ਮਹਾਰਾਜ ਆਪ ਦੀ ਆਗਿਆ ਤੋਂ ਬਗੈਰ ਕਦੇ ਅਸੀਂ ਇਹ ਦੂਜੇ ਇਲਾਕੇ ਦੇ ਵਿੱਚ ਜਾ ਕਰਕੇ ਕੋਈ ਕਿਸੇ ਦਾ
ਘਾਹ ਵਗੈਰਾ ਨਹੀਂ ਵੱਢਿਆ ਹੈ। ਮਰਦਨ ਦੂਨ ਭਈ ਸਭ ਨੀਰੀ। ਹੁਣ ਜਿਹੜੀਆਂ ਪਹਾੜੀ ਰਾਜਿਆਂ ਦੀਆਂ ਦੂਣਾ ਬਹੁਤ ਦੂਰ ਦੂਰ ਤੱਕ ਵਸ ਰਹੀਆਂ ਹਨ। ਨਿਤ ਆਮਦ ਗਜ ਹਯਨ ਕਨੀਰੀ। ਹੁਣ ਇੱਥੇ ਦਾ ਰੋਜ਼ ਦੀ ਰੋਜ਼ ਘੋੜਿਆਂ ਨੂੰ ਔਰ ਹਾਥੀਆਂ ਨੂੰ ਵੀ ਕਾਫੀ ਘਾਹ ਦੀਆਂ ਜਿਹੜੀਆਂ ਵੰਡਾਂ ਨੇ ਉਹਨਾਂ ਦੀ ਲੋੜ ਪੈਂਦੀ ਹੈ। ਇਸ ਕਾਰਨ ਹਮ ਪਾਖੀ ਅਰਜੀ। ਇਸ ਮਨੋਰਥ ਨੂੰ ਲੈ ਕਰਕੇ ਜੋਧੇ ਸੂਰਮਿਆਂ ਨੇ ਦਸ਼ਮੇਸ਼ ਪਿਤਾ ਜੀ ਚਰਨਾਂ 'ਚ ਬੇਨਤੀ ਕੀਤੀ ਸੀ, ਕਰਹਿ ਖਾਲਸਾ ਰਾਵਰ ਮਰਜੀ। ਹੁਣ ਮਹਾਰਾਜ ਜਿਹੜਾ ਖਾਲਸਾ ਉਹ ਤਾਂ ਹਮੇਸ਼ਾ ਵਾਸਤੇ ਆਪ ਦੀ ਇਹ ਰਜ਼ਾ ਦੇ ਵਿੱਚ ਹੀ ਚੱਲਣਾ ਚਾਹੁੰਦੇ ਹਨ। ਕੀਰਤਪੁਰ ਆਨੰਦਪੁਰ ਸਾਰੀ। ਆ ਜਾਓ, ਕੀਰਤਪੁਰ ਹੈ, ਆਨੰਦਪੁਰ, ਦੋਵੇਂ ਨਗਰਾਂ ਦਾ ਕਈ ਕਿਲੋਮੀਟਰਾਂ ਦਾ ਭਾਵੇਂ ਫਾਸਲਾ ਵੀ ਜ਼ਰੂਰ ਪੈਂਦਾ ਹੈ। ਸੰਗਤ ਵਿਚਰਤ ਗਿਰਨ ਕਿਨਾਰੀ। ਹੁਣ ਜਿਹੜੀਆਂ ਸੰਗਤਾਂ ਤਾਂ ਦੂਰ ਦੂਰ ਤੱਕ ਵਿਚਰਦੀਆਂ ਰਹਿੰਦੀਆਂ ਹਨ। ਤਿਮਹੀ ਸਿੰਘ ਨ ਕੋ ਦਲ ਹੋਵਾ। ਹੁਣ ਇਸੇ ਤਰ੍ਹਾਂ ਆਪ ਜੀ ਦੇ ਜੋਧੇ ਸੂਰਮਿਆਂ ਦੇ ਵੀ ਕਈ ਵੱਡੇ ਵੱਡੇ ਜਥੇ ਤਿਆਰ ਹੋ ਚੁੱਕੇ ਹਨ। ਵਿਚਰਹਿ ਬਹਿਰ ਅਖੀਰਨ ਜੋਵਾ। ਆ ਬਾਹਰ ਉਰੋਈਆਂ ਬਿਆਬਾਨਾਂ ਦੇ ਵਿੱਚ ਵੀ ਜੋਧੇ ਸੂਰਮੇ ਆਪੋ ਆਪਣੇ ਘੋੜਿਆਂ ਤੇ ਹੋ ਕਰਕੇ ਸਵਾਰ ਦੂਰ ਦੂਰ ਤੱਕ ਵਿਚਰਦੇ ਰਹਿੰਦੇ ਹਨ। ਸ਼੍ਰੀ ਕਲਗੀਧਰ ਗੁਣ ਗਨ ਖਾਨੀ। ਜੋ ਸਤਿਗੁਰੂ ਸੱਚੇ ਪਾਤਸ਼ਾਹ ਤਮਾਮ ਜੋ ਗੁਣਾਂ ਦੀ ਖਾਨ ਹਨ। ਸੁਨੀ ਖਾਲਸੇ ਕੀ ਅਸਬਾਨੀ। ਜਦੋਂ ਇਹੋ ਜਿਹੀਆਂ ਬੇਨਤੀਆਂ ਮਹਾਰਾਜ ਨੇ ਆਪਣੇ ਖਾਲਸੇ ਦੀਆਂ ਭਰੇ ਦੀਵਾਨ ਦੇ ਵਿੱਚ ਸੁਣੀਆਂ ਸਨ। ਅਬਨੀ ਭਾਰ ਨਿਵਾਰਨ ਹੀਤ। ਹੁਣ ਸਤਿਗੁਰੂ ਜੀ ਨੇ ਤਾਂ ਜਿਹੜਾ ਧਰਤੀ ਦਾ ਭਾਰ ਹੌਲਾ ਕਰਨ ਦੇ ਲਈ ਮਾਤ ਲੋਕ ਦੇ ਅੰਦਰ ਅਵਤਾਰ ਧਾਰਨ ਕੀਤਾ ਸੀ। ਕਾਲਨ ਕਨੋ ਜੰਗ ਰਿਪ ਖੀਤ। ਹੁਣ ਸਤਿਗੁਰੂ ਜੀ ਜਿਹੜੇ ਨੇ ਦੁਸ਼ਟ ਜ਼ਾਲਮ ਪਾਪੀ ਉਹਨਾਂ ਦਾ ਜੰਗਾ ਜੁਦਾ ਦੁਆਰਾ ਹੀ ਨਾਸ ਕਰਨਾ ਚਾਹੁੰਦੇ ਹਨ। ਸਿੰਘਨ ਕੋ ਸੰਗਰ ਸਿਖ ਰਾਵਨ। ਰੋਜ਼ ਹੀ ਰੋਜ਼ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਇਹ ਵੱਡੇ ਵੱਡੇ ਜਿਹੜੇ ਕਮਸਾਨ ਦੇ ਜੰਗ ਕਰਨੇ ਵੀ ਸਿਖਾਉਂਦੇ ਹਨ। ਦੀਨ ਰਾਜ ਕੋ ਤੇਜ ਵਧਾਵਨ। ਆਪਣੇ ਖਾਲਸੇ ਦਾ ਜਿਹੜਾ ਤੇਜ ਚਾਰੇ ਪਾਸੇ ਮਹਾਰਾਜ ਵਧਾਉਣਾ ਚਾਹੁੰਦੇ ਨੇ। ਦੀਗ ਤੀਗ ਮਹਿ ਫਤਿਹ ਕਰਨ ਕੋ। ਜਿਹੜੇ ਜੋਧੇ ਸੂਰਮੇ ਦੇਗ ਔਰ ਤੇਗ ਦੇ ਵਿੱਚ ਸੌਦਾ ਦੇ ਲਈ ਫਤਿਹ ਪ੍ਰਾਪਤ ਕਰਨੀ ਚਾਹੁੰਦੇ ਸਨ। ਲੀਨ ਬਚਾਏ ਜੋ ਗਹਿ ਸ਼ਰਨ ਕੋ। ਜਿਹੜਾ ਤਾਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਗਿਆ ਉਹਨਾਂ ਦਾ ਤਾਂ ਫਿਰ ਦੋਵੇਂ ਲੋਕਾਂ ਦੇ ਵਿੱਚ ਹੀ ਬਚਾਅ ਹੋ ਜਾਂਦਾ ਹੈ। ਕੰਨ ਸੁਰ ਸੋਂ ਗਰਜੇ ਰਿਪਹਾਨੀ। ਇਹਨਾਂ ਜ਼ਾਲਮਾਂ ਪਾਪੀਆਂ ਦੇ ਨਾਸ ਕਰਤਾ ਸਤਿਗੁਰੂ ਜੀ ਫਿਰ ਉਸ ਸਮੇਂ ਬੱਦਲ ਦੇ ਸਮਾਨ ਗਰਜਦਿਆਂ ਹੋਇਆਂ ਆਪਣੀ ਰਸਨਾ ਤੋਂ ਕਹਿਣ ਲੱਗੇ ਸੀ, ਕਹੀ ਖਾਲਸੇ ਸੋ ਹਿਮ ਬਾਨੀ। ਇਹ ਸਤਿਗੁਰੂ ਜੀ ਨੇ ਉਸ ਸਮੇਂ ਆਪਣੇ ਸਿਆਣੇ ਸਿਆਣੇ ਜਿਹੜੇ ਯੋਧੇ ਸੂਰਮੇ ਪ੍ਰਬੰਧਕ ਉਹਨਾਂ ਨੂੰ ਸਮਝਾਇਆ ਸੀ। ਸੁਤ ਪਰਿਵਾਰ ਬਦਤ ਹੈ ਜਿਉਂ ਜਿਉਂ। ਭਾਈ ਜਿਵੇਂ ਆ ਸਮਾਜ ਦੇ ਅੰਦਰ ਆਪਾਂ ਦੇਖਦੇ ਹਾਂ ਵੀ ਕਈਆਂ ਦੇ ਘਰਾਂ 'ਚ ਅੱਗੇ ਤੋਂ ਅੱਗੇ ਪੁੱਤ ਪੋਤਰੇ ਬੜੀ ਭਾਰੀ ਗਿਣਤੀ ਦੇ ਵਿੱਚ ਵੱਧ ਜਾਂਦੇ ਹਨ। ਜਲ ਸਮ ਧਰਨੀ ਪਸਰਹਿ ਤਿਉ ਤਿਉ। ਜਿਵੇਂ ਆ ਧਰਤੀ ਦੇ ਉੱਪਰ ਜਲ ਚਾਰੇ ਪਾਸੇ ਫੈਲਣ ਲੱਗ ਜਾਂਦਾ ਹੈ। ਏਕ ਦੋਨ ਅਬ ਕਹਾਂ ਵਿਚਾਰੀ। ਇਸੇ ਤਰ੍ਹਾਂ ਮੇਰੇ ਖਾਲਸੇ ਨੇ ਵੀ ਸਹਿਜੇ ਸਹਿਜੇ ਚਾਰੇ ਪਾਸੇ ਹੀ ਆ ਦੁਨੀਆ ਦੇ ਅੰਦਰ ਵੱਧ ਜਾਣਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਖਾਲਸਾ ਜੀ ਤੁਸੀਂ ਇੱਕ ਦੋਨ ਦੀ ਕੀ ਗੱਲ ਕਰਦੇ ਹੋ? ਪਸਰਹਿ ਸਿੰਘ ਧਰਮ ਹੈ ਸਾਰੀ। ਆ ਮੇਰੇ ਜੋਧੇ ਸੂਰਮੇ ਤਾਂ ਸਾਰੀ ਧਰਤੀ ਦੇ ਉੱਪਰ ਚਾਰੇ ਪਾਸੇ ਹੀ ਫੈਲ ਜਾਣੇ ਹਨ। ਆਪਰ ਦੋਨ ਮਹਿ ਚੜ ਗਮ ਨੀਜੈ। ਜੇ ਇੱਥੇ ਚਲੋ ਘਾਹ ਦੀ ਘਾਟ ਆ ਗਈ ਫਿਰ ਤੁਸੀਂ ਇਹ ਦੂਜੀ ਦੁਨ ਦੇ ਵਿੱਚ ਪੁਜਾ ਕਰਕੇ ਵੱਢ ਸਕਦੇ ਹੋ। ਸਾਵਧਾਨ ਸ਼ਸਤਰਨ ਧਰ ਲੀਜੈ। ਪਰ ਸਤਿਗੁਰੂ ਜੀ ਨੇ ਹਦਾਇਤਾਂ ਕੀਤੀਆਂ ਆਪਣੇ ਯੋਧੇ ਸੂਰਮਿਆਂ ਨੂੰ ਵੀ ਉੱਥੇ ਵੀ ਜਾ ਕਰਕੇ ਤੁਹਾਨੂੰ ਬੜੀ ਸੁਚੇਤੀ ਤੇ ਬੜੀ ਸਾਵਧਾਨੀ ਵਰਤਣੀ ਪੈਗੀ। ਕੋਈ ਇਹੋ ਜਿਹੇ ਦੁਸ਼ਟ ਪਾਪੀ ਉਹ
ਤੁਹਾਡੇ ਉੱਪਰ ਹਮਲਾ ਵੀ ਕਰ ਸਕਦੇ ਹਨ। ਜਹ ਤ੍ਰਿਨ ਹਿਰ ਹੋ ਹਰੇ ਕਿਸੂ ਵੀ ਕੀ। ਜਿੱਥੇ ਕੋਈ ਤੁਹਾਨੂੰ ਇਹੋ ਜਿਹਾ ਹਰਾ ਹਰਾ ਘਾਹ ਵੱਢਣ ਦੇ ਲਈ ਪ੍ਰਾਪਤ ਹੋਵੇਗਾ, ਤਹਾਂ ਖਾਲਸੀ ਕੋ ਦਲ ਢੂਕੀ। ਉੱਥੇ ਫਿਰ ਸਾਰਿਆਂ ਨੇ ਇੱਕ ਜਥੇ ਦੇ ਰੂਪ ਦੇ ਵਿੱਚ ਪਹੁੰਚਣਾ ਹੈ। ਬਾਹਰ ਖੇਤ ਲਿਹੋ ਬਾਢ ਉਠਾਈ। ਸਤਿਗੁਰੂ ਜੀ ਜਿੱਥੇ ਰੋਜ਼ ਦੀ ਰੋਜ਼ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਇਆ ਵੰਡਣ ਵਾਲੇ, ਤੇ ਉੱਥੇ ਮਹਾਰਾਜ ਨੇ ਕਦੇ ਵੀ ਕਿਸੇ ਵਿਚਾਰੇ ਮਿਹਨਤ ਕਰਨ ਵਾਲੇ ਜ਼ਿਮੀਂਦਾਰ ਦੀ ਫਸਲ ਨੂੰ ਨਹੀਂ ਵੱਢਿਆ ਸੀ। ਗਜ ਬਾਜਨ ਚਾਰੋ ਸਮੁਦਾਈ। ਸਤਿਗੁਰੂ ਜੀ ਕਹਿਣ ਲੱਗੇ ਵੀ ਖੁੱਲੀਆਂ ਚਰਾਂਦਾ ਪਈਆਂ ਨੇ, ਜਿੱਥੇ ਤੁਹਾਨੂੰ ਮਿਲੂ ਘਾਹ ਹਰਾ ਹਰਾ ਉੱਥੋਂ ਤੁਸੀਂ ਵੱਢ ਕਰਕੇ ਲਿਆ ਸਕਦੇ ਹੋ। ਦੈ ਕਰ ਭੇਟ ਮਿਲ ਹੈ ਜੋ ਆਈ। ਦੇ ਕਰ ਭੇਟ, ਜਿਹੜੇ ਨਿਮਰਤਾ ਗਰੀਬੀ ਦੇ ਨਾਲ ਤੁਹਾਨੂੰ ਉਹਨਾਂ ਨੇ ਤਾਂ ਆਪਣੇ ਆਪ ਹੀ ਭੇਟਾਵਾ ਦੇ ਕਰਕੇ ਮਿਲ ਪੈਣਾ ਹੈ। ਹੋਈ ਸਹਾਈ ਤਿਹੁ ਲਿਹੋ ਬਚਾਈ। ਉਹਨਾਂ ਦੇ ਉੱਪਰ ਕਦੇ ਵੀ ਖਾਲਸੇ ਨੇ ਆਪਣਾ ਜਿਹੜਾ ਹੱਥ ਨਹੀਂ ਹਟਾਉਣਾ ਹੈ। ਜਹ ਅਕਰ ਹੈ ਮਿਲਬੀ ਨਹਿ ਆਵ ਹੈ। ਹੁਣ ਜਿਹੜੇ ਕਈ ਹੋ ਜਾਏ ਦੋਸਤ ਪਾਪੀ ਲੋਕ ਭੀਮ ਚੰਦ ਵਰਗਿਆਂ ਦੇ ਸਿਖਾਏ ਹੋਏ, ਉਹ ਫਿਰ ਖਾਲਸੇ ਦੇ ਅੱਗੇ ਬੜੀ ਆਕੜ ਵੀ ਕਰਨ ਲੱਗ ਜਾਂਦੇ ਸੀ। ਨਿਜ ਰਾਜਨ ਕੋ ਜੋਰ ਜਨਾਬ ਹੈ। ਜਿਹੜੇ ਆਪਣੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦਾ ਜ਼ੋਰ ਬਲ ਤੁਹਾਡੇ ਉੱਪਰ ਜਣਾਉਣ ਲੱਗ ਜਾਣ ਵੀ ਜੇ ਇੱਥੋਂ ਆ ਕਰਕੇ ਘਾਹ ਵੱਢਿਆ, ਅਸੀਂ ਤਾਂ ਫਿਰ ਹੁਣੇ ਤੁਹਾਡੇ ਨਾਲ ਮੁਕਾਬਲਾ ਕਰਨ ਲੱਗ ਜਾਣਾ। ਜਿਨ੍ਹਾਂ ਦੇ ਮਨ ਦੇ ਵਿੱਚ ਐਸਾ ਕੋਈ ਮਾਨ ਹੈ, ਹੰਕਾਰ ਭਰਿਆ ਹੋਇਆ ਹੈ, ਤਹਾਂ ਨ ਤਜੀਹ ਹੈ ਲਿਹੋ ਕਹੀ ਕਰ। ਇਹੋ ਜਿਹੇ ਦੁਸ਼ਟਾਂ ਪਾਪੀਆਂ ਨੂੰ ਤਾਂ ਫਿਰ ਖਾਲਸੇ ਨੇ ਸੌਦਾ ਹੀ ਲਗਾਉਣਾ ਹੈ। ਹਨ ਹੋ ਤ੍ਰਿਪਤ ਤੁਰੰਗਮ ਲੇ ਚਰ। ਇਹਨਾਂ ਹਾਥੀਆਂ ਘੋੜਿਆਂ ਨੂੰ ਤਾਂ ਭਾਈ ਰੋਜ਼ ਦੀ ਰੋਜ਼ ਖੁੱਲੀ ਡੁੱਲੀ ਖੁਰਾਕ ਦੇਣੀ ਪਵੇਗੀ। ਦਿਨ ਪ੍ਰਤ ਕਰੋ ਇਸੀ ਵਿਦ ਫੀਰੀ। ਇਹ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ ਜੋਧੇ ਸੂਰਮਿਆਂ ਨੂੰ ਵੀ ਜਿੱਥੇ ਵੀ ਤੁਹਾਨੂੰ ਇਹੋ ਜਿਹਾ ਹਰਾ ਹਰਾ ਘਾਹ ਕਿਤੇ ਉੱਗਿਆ ਹੋਇਆ ਮਿਲਦਾ ਹੈ, ਉੱਥੇ ਤੁਸੀਂ ਮਾਇਆ ਦੇ ਕਰਕੇ ਫਿਰ ਵੱਢ ਕਰਕੇ ਲਿਆਉਣਾ ਹੈ। ਸਭ ਰਾਜਨ ਟਿਗ ਦੇਸ਼ ਕਨੀਰੀ। ਇਹਨਾਂ ਪਹਾੜੀ ਰਾਜਿਆਂ ਦੇ ਪਾਸ ਤਾਂ ਬਹੁਤ ਵੱਡੀਆਂ ਵੱਡੀਆਂ ਔਰ ਰਿਆਸਤਾਂ ਇਹਨਾਂ ਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ। ਸੁਨ ਗੁਰ ਹੁਕਮ ਖਾਲਸਾ ਗਰਜਿਓ। ਤੇ ਜੋ ਹੈ ਸਤਿਗੁਰੂ ਜੀ ਦਾ ਆਨੰਦਪੁਰ ਹੈ ਤਕਰੀਬਨ ਥੋੜੇ ਜੇ ਏਰੀਆ ਦੇ ਵਿੱਚ ਹੀ ਵਸਿਆ ਹੋਇਆ ਸੀ। ਬੰਚ ਹੈ ਹਿੰਦੂ ਤੁਰਕਨ ਤਰਜਿਓ। ਜਿਹੜਾ ਵੀ ਉਹ ਸਮੇਂ ਕੋਈ ਜੋਧੇ ਸੂਰਮਿਆਂ ਦੇ ਉੱਪਰ ਆ ਕਰਕੇ ਹੱਥ ਅਡਾਉਂਦਾ ਸੀ। ਜੇ ਨਾ ਜਰ ਹੈ ਉਰ ਜਰ ਜਰ ਜਾਹੀ। ਹੁਣ ਜਿਹੜੇ ਮੁਗਲ ਪਠਾਨ ਪਾਪੀ ਖਾਲਸੇ ਦਾ ਜਿਹੜਾ ਵੱਧਦਾ ਹੋਇਆ ਤੇਜ ਪ੍ਰਤਾਪ ਦੁਨੀਆ 'ਚ, ਉਹਨਾਂ ਤੋਂ ਜਰਿਆ ਨਹੀਂ ਜਾਂਦਾ ਸੀ ਵੀ ਕੱਲ੍ਹ ਅਜੇ ਮਹਾਰਾਜ ਨੇ ਖਾਲਸਾ ਪੰਥ ਸਾਜੇ ਹੈ, ਇਹ ਤਾਂ ਹੁਣ ਹੀ ਕਿਵੇਂ ਬੜੀ ਭਾਰੀ ਗਿਣਤੀ ਦੇ ਵਿੱਚ ਵਧਣ ਲੱਗ ਪਏ ਹਨ। ਅੱਜ ਵੀ ਦਸ਼ਮੇਸ਼ ਪਿਤਾ ਦੇ ਜਿਹੜੇ 5 ਕਿਲੇ ਆਨੰਦਪੁਰ ਦੇ ਵਿੱਚ ਬਣਾਏ ਹੋਏ ਹਨ। ਕੈਸੀ ਮਹਾਰਾਜ ਨੇ ਇਹਨਾਂ ਕਿਲਿਆਂ ਦੀ ਤਰਤੀਬ ਪਹਿਲਾਂ ਹੀ ਸੋਚੀ ਹੋਈ ਸੀ। ਇਹ ਜਿਹੜੇ 5 ਕਿਲੇ ਇੱਕ ਦੂਜੇ ਤੋਂ ਕਾਫੀ ਦੂਰੀ 'ਤੇ ਪੈਂਦੇ ਹਨ। ਜਿਨ੍ਹਾਂ ਪ੍ਰੇਮੀਆਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ ਵੀ ਆਲੇ ਦੁਆਲੇ 5 ਕਿਲੇ ਹੁਣ ਤੱਕ ਉਸੇ ਤਰ੍ਹਾਂ ਮੌਜੂਦ ਹਨ। ਸਤਿਗੁਰੂ ਜੀ ਨੇ ਆ ਭੀਮ ਚੰਦ ਵਰਗਿਆਂ ਨੂੰ ਕਦੇ ਵੀ ਫਿਰ ਆਨੰਦਪੁਰੀ ਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਸੀ। ਜੇ ਕਿਤੇ ਇੱਕ ਪਾਸੇ ਦੀ ਫੌਜਾਂ ਇਹਨਾਂ ਪਹਾੜੀ ਰਾਜਿਆਂ ਦੀਆਂ ਚੜ੍ਹ ਕੇ ਆਉਂਦੀਆਂ, ਫਿਰ ਦੂਸਰੇ ਪਾਸੋਂ ਜਿਹੜੇ ਖਾਲਸੇ ਯੋਧੇ ਸੂਰਮੇ ਇਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਸਨ। ਬਹੁਤ ਸੋਹਣੀ ਇਹੋ ਜਿਹੀ ਤਰਤੀਬ ਦੇ ਦੁਆਰਾ ਸਤਿਗੁਰੂ ਜੀ ਨੇ ਜਿਹੜੇ 5 ਕਿਲੇ ਅੱਜ ਵੀ ਆਨੰਦਪੁਰ ਦੇ ਵਿੱਚ ਮੌਜੂਦ ਹਨ। ਦੁਖ ਦੇਵੀ ਜਿਮਾ ਤ੍ਰਿਨ ਦ੍ਰਿਗ ਮਾਹੀ। ਮਹਾਰਾਜ ਕਹਿਣ ਲੱਗੇ ਵੀ ਚਾਹੇ ਕੋਈ ਮੁਗਲ ਹੈ, ਪਠਾਨ ਹੈ, ਹਿੰਦੂ ਹੈ, ਹੁਣ ਇਹਨਾਂ ਦੇ
ਮਨ ਦੇ ਅੰਦਰ ਖਾਲਸੇ ਨੂੰ ਦੇ ਦੇ ਕਰਕੇ ਬੜੀ ਜਿਹੜੀ ਸੜਾਂਦ ਪੈਦਾ ਹੋਣ ਲੱਗ ਪਈ ਹੈ। ਜਿਵੇਂ ਕਹਿੰਦੇ ਕਿਸੇ ਦੀ ਅੱਖ ਦੇ ਵਿੱਚ ਮਾੜਾ ਜਿਹਾ ਕਣ ਪੈ ਗਿਆ, ਕਿਤਨੀ ਪੀੜਾ ਕਿਤਨਾ ਦਰਦ ਹੁੰਦਾ ਹੈ ਉਹਦੇ, ਕਈ ਦਾ ਫਿਰ ਚੀਕਾਂ ਹੀ ਮਾਰਨ ਲੱਗ ਜਾਂਦੇ ਹਨ। ਐਸੀ ਜਿਹੜੀ ਹਾਲਤ ਉਹ ਸਮੇਂ ਇਹਨਾਂ ਲੋਕਾਂ ਦੀ ਵੀ ਹੋ ਚੁੱਕੀ ਸੀ। ਅਬਨੀ ਲੈਣਾ ਇਰਾਦਾ ਧਰਿਓ, ਹੁਣ ਮੈਂ ਤਾਂ ਆਪਣੇ ਖਾਲਸੇ ਨੂੰ ਸਾਰੀ ਧਰਤੀ ਦਾ ਹੀ ਰਾਜ ਬਖਸ਼ ਦੇਣਾ ਹੈ। ਚਹਿਤ ਗਰਭ ਰਾਜਨ ਪਰ ਹਰਿਓ, ਹੁਣ ਸਤਿਗੁਰੂ ਜੀ ਨਾ ਪਹਾੜੀ ਰਾਜਿਆਂ ਦੇ ਮਨ ਦਾ ਜਿਹੜਾ ਮਾਨ ਹੰਕਾਰ ਉਹ ਵੀ ਦੂਰ ਕਰਨਾ ਚਾਹੁੰਦੇ ਹਨ। ਗੁਰੂ ਮਨੋਰਥ ਸਾਚ ਕਰਨ ਕੋ, ਹੁਣ ਸਤਿਗੁਰੂ ਜੀ ਨੂੰ ਜੋ ਵੀ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਪਹਿਲਾਂ ਹੀ ਖਾਲਸਾ ਪੰਥ ਸਾਜਣ ਦੇ ਲਈ ਹੁਕਮ ਹੋ ਚੁੱਕਿਆ, ਉਹ ਵੀ ਮਨੋਰਥ ਮਹਾਰਾਜ ਨੇ ਪੂਰੇ ਕਰਨੇ ਹਨ। ਸਪਲਹਿ ਸਿੰਘਨ ਸ਼ਸਤਰ ਧਰਨ ਕੋ, ਸਤਿਗੁਰੂ ਜੀ ਕਹਿਣ ਲੱਗੇ ਵੀ ਮੇਰੇ ਯੋਧੇ ਸੂਰਮਿਆਂ ਦੇ ਸਾਤਰ ਧਾਰਨ ਕੀਤੇ ਹੋਏ ਤਾਦੀ ਸਫਲ ਹੋਣੇ ਹਨ। ਸਭਾ ਵਿਖੇ ਆਯਸਿਮ ਕਰੀ, ਜਦੋਂ ਫਿਰ ਇਹਨਾਂ ਨੇ ਦੋਟਾ ਪਾਪੀਆਂ ਦਾ ਕਰਨਾ ਨਾਸ, ਬੜੇ ਹੋ ਜੇ ਪ੍ਰਵਚਨ ਦਸ਼ਮੇਸ਼ ਪਿਤਾ ਨੇ ਭਰੀ ਸਭਾ ਦੇ ਵਿੱਚ ਕੀਤੇ ਸੀ। ਉਠੇ ਪ੍ਰਭੂ ਨਿਜ ਮੰਦਰ ਬਰੀ, ਸਤਿਗੁਰੂ ਜੀ ਤਾਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੇ ਸੋਹਣੇ ਮਹਿਲਾਂ ਦੇ ਵਿੱਚ ਪਹੁੰਚ ਗਏ ਹਨ। ਖਾਨ ਪਾਨ ਕਰਕੇ ਸੁਖ ਪਾਇੰ, ਰਾਤ ਦੇ ਟਾਈਮ ਤੇ ਦੀਨ ਦੁਨੀਆ ਦੇ ਮਾਲਕ ਨੇ ਰੁਚੀ ਦੇ ਮੁਤਾਬਕ ਲੰਗਰ ਪਾਣੀ ਵੀ ਛਕ ਲਿਆ ਸੀ। ਸੁਪਤ ਜਥਾ ਸੁਖ ਨਿਸਾ ਬਿਤਾਇੰ, ਥੋੜਾ ਟਾਈਮ ਬੜੀ ਸੋਹਣੀ ਸੇਜਾ ਦੇ ਉੱਪਰ ਦਸ਼ਮੇਸ਼ ਪਿਤਾ ਨੇ ਆਰਾਮ ਕੀਤਾ ਸੀ। ਵੱਡੀ ਪ੍ਰਾਤ ਉਠ ਬਜਿਓ ਨਗਾਰਾ, ਅੰਮ੍ਰਿਤ ਵੇਲੇ ਜਦੋਂ ਔਰ ਰਣਜੀਤ ਨਗਾਰੇ ਦੇ ਉੱਪਰ ਚੋਭਾਂ ਲੱਗ ਗਈਆਂ ਹਨ। ਸੁਨਤ ਖਾਲਸਾ ਹੋਇਸ ਤਿਆਰਾ, ਜਦੋਂ ਵੀ ਰਣਜੀਤ ਨਗਾਰੇ ਤੇ ਚੋਭ ਲੱਗ ਜਾਂਦੀ, ਨਾਲ ਦੀ ਨਾਲ ਜੋਧੇ ਸੂਰਮੇ ਆਪਣੇ ਆਪ ਹੀ ਤਿਆਰ ਹੋਣ ਲੱਗ ਜਾਂਦੇ ਸਨ। ਗਹਿ ਗਹਿ ਤੁਪਕਨ ਚੜੇ ਤੁਰੰਗ, ਇਹਨਾਂ ਨੇ ਆਪੋ ਆਪਣੀਆਂ ਬੰਦੂਕਾਂ ਆਪੋ ਆਪਣੇ ਜਿਹੜੇ ਹਥਿਆਰ ਸੰਭਾਲ ਲਏ ਹਨ। ਗਮਨਹਿ ਬਹਿਰ ਬੀਰਤਾ ਸੰਗ, ਬੀਰਤਾ ਸੰਗ ਬੜੀ ਸੂਰਮਗਤੀ ਬਹਾਦਰੀ ਦੇ ਸਹਿਤ ਖਾਲਸੈਨ ਸਾਜਵਾਜ ਕਰਕੇ ਫੇਰ ਹੀ ਬਾਹਰ ਜਾਇਆ ਕਰਦੇ ਸਨ। ਦੋਹਰਾ ਪ੍ਰਜਾ ਗਈ ਦੁਖ ਪਾਈ ਕੈ ਰਾਜਨ ਪਾਸ ਪੁਕਾਰ, ਹੁਣ ਜਦੋਂ ਰੋਜ਼ ਦੀ ਰੋਜ਼ ਇਹੋ ਜਿਹੇ ਜੰਗ ਜਦੋਂ ਹੋਣ ਲੱਗ ਪਏ ਤੇ ਕਈ ਲੋਕ ਬੜੇ ਤੰਗ ਵੀ ਹੋ ਗਏ ਸੀ। ਲੁੱਟੇ ਗ੍ਰਾਮ ਸਭ ਖਾਲਸੀ ਮਾਰੇ ਕਰੇ ਉਜਾਰ, ਇਹਨਾਂ ਨੇ ਫਿਰ ਪਹਾੜੀ ਰਾਜਿਆਂ ਦੇ ਪਾਸ ਆਪੋ ਆਪਣੀਆਂ ਪੁਕਾਰਾਂ ਵੀ ਕਰ ਦਿੱਤੀਆਂ ਹਨ। ਚੌਪਈ ਕਿਉਂ ਨਾ ਕਰੋ ਪਰਜਾ ਰਖਵਾਰੀ, ਕਹਿ ਲੱਗੇ ਵੀ ਮਾਮਲਾ ਲੈਣ ਵਾਸਤੇ ਤੁਸੀਂ ਮੂਹਰੇ ਹੋ ਜਾਂਦੇ ਹੋ, ਆ ਸਾਡੀ ਕੋਈ ਦਾਦ ਫਰਿਆਦ ਕੋਈ ਵੀ ਨਹੀਂ ਸੁਣਦਾ ਹੈ। ਜਿਸ ਤੇ ਲੀਤੇ ਦਾਮ ਹਜ਼ਾਰੀ, ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੈਕਸ ਮਾਮਲਾ ਤੁਹਾਨੂੰ ਕਾਹਦੇ ਵਾਦੇ ਭਰਦੇ ਆ ਵੀ ਸਮਾਂ ਪੈਣ ਤੇ ਤੁਸੀਂ ਸਾਡੀ ਰਾਖੀ ਕਰੋ। ਮਹਾਰਾਜ ਨੇ ਕਦੇ ਕਿਸੇ ਪਿੰਡ ਨੂੰ ਕੋਈ ਦੁੱਖ ਤਾਂ ਨਹੀਂ ਦਿੱਤਾ ਸੀ, ਪਰ ਕਈ ਨਗਰਾਂ 'ਚ ਹੋ ਜੇ ਦੋਸਤ ਜਿਵੇਂ ਬਜ਼ਰੂੜ ਹੈ ਨੂੰਹ ਹੈ, ਇਹਨਾਂ ਪਿੰਡਾਂ ਦੀ ਜਿਹੜੀ ਕਥਾ ਪਹਿਲਾਂ ਹੋ ਚੁੱਕੀ ਹੈ। ਜੋ ਵੀ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਤੰਗ ਕਰਦੇ ਜਾਂ ਫਿਰ ਉਹਨਾਂ ਦੇ ਪਾਸੋਂ ਭੇਟਾਵਾਂ ਧੱਕੇ ਦੇ ਨਾਲ ਹੀ ਖੋਹ ਲੈਂਦਾ ਸੀ। ਜੇ ਨਹਿ ਚੱਲ ਕਰ ਕਰੋ ਸਹਾਈ, ਉਹਨਾਂ ਦੋਸਤਾਂ ਪਾਪੀਆਂ ਨੂੰ ਜੋਧੇ ਸੂਰਮੇ ਜ਼ਰੂਰ ਜਾ ਕਰਕੇ ਸੌਦਾ ਲਗਾਇਆ ਕਰਦੇ ਸੀ। ਜਿਹੜੇ ਬੜੇ ਲੋਕ ਇਹਨਾਂ ਰਾਜੇ ਮਹਾਰਾਜਿਆਂ ਦੇ ਪਾਸ ਆਪਣੇ ਦੁੱਖ ਦੱਸਣ ਲੱਗ ਪਏ ਹਨ, ਆਓ ਸਭ ਦੂਨ ਉਜਰ ਕਰ ਜਾਈ, ਵੀ ਜੇ ਸਾਡੀ ਸਹਾਇਤਾ ਮਦਦ ਨਹੀਂ ਕਰੋਗੇ ਫਿਰ ਤਾਂ ਟਾਈਮ ਪਾ ਗਿਆ, ਤੁਹਾਡੀ ਸਾਰੀ ਦੂਣੀ ਚਾਰੇ ਪਾਸਿਆਂ ਤੋਂ ਜੜ ਜਾਣੀ ਹੈ। ਭੀਮ ਚੰਦ ਥੀ ਆਦਿਕ ਰਾਜੀ, ਭੀਮ ਚੰਦ ਤੋਂ ਲੈ ਕਰਕੇ ਜਿਹੜੇ ਹੋਰ ਵੱਡੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਸਨ। ਸੁਨਤ ਪ੍ਰਜਾ ਤੀ ਕੀਨ ਕੋ ਕਾਜੀ, ਇਹਨਾਂ ਨੇ ਜਦੋਂ ਆਪਣੇ ਪ੍ਰਜਾ ਦੇ ਇਹੋ ਜਿਹੇ ਦੁੱਖ ਸੁਣੇ ਹਨ, ਗ੍ਰਾਮ ਗ੍ਰਾਮ ਮਹਿ ਚਮੂ ਉਤਾਰੀ, ਡਰਦਿਆਂ ਹੋਇਆ
ਭੀਮ ਚੰਦ ਨੇ ਪਿੰਡਾਂ ਔਰ ਨਗਰਾਂ ਦੇ ਵਿੱਚ ਆਪਣੀ ਸੈਨਾ ਦੇ ਜਿਹੜੇ ਕਈ ਦਸਤੇ ਬਿਠਾ ਦਿੱਤੇ ਸੀ। ਦੁੰਦ ਬਟੋਲ ਦੀਨ ਸੰਗ ਭਾਰੀ, ਉਹਨਾਂ ਨੂੰ ਵੱਡੇ ਵੱਡੇ ਢੋਲ ਨਗਾਰੇ ਫੜਾਤੇ ਵੀ ਅਗਰ ਕੋਈ ਜ਼ਿਆਦਾ ਬਿਪਤਾ ਤੁਹਾਡੇ 'ਤੇ ਪੈ ਗਈ ਫਿਰ ਢੋਲ ਨਗਾਰੇ ਵਜਾ ਦਿਆ ਕਰੋ, ਸਾਨੂੰ ਪਤਾ ਲੱਗ ਜਾਇਆ ਕਰੇਗਾ। ਚਿੰਤਾ ਤੁਰ ਸੁਣ ਸੁਣ ਸਭ ਭਈ, ਸੁਣ ਕਰਕੇ ਪਹਾੜੀ ਰਾਜਿਆਂ ਦੇ ਮਨ ਦੇ ਵਿੱਚ ਬੜੀ ਚਿੰਤਾ ਖੜੀ ਹੋ ਗਈ ਹੈ। ਆਪਸ ਵਿਖੈ ਮੇਲ ਕਰ ਲਈ, ਸਾਰਿਆਂ ਨੇ ਹੁਣ ਮਿਲ ਕਰਕੇ ਆਪਸ ਵਿੱਚ ਹੀ ਬੜਾ ਮੇਲ ਮਿਲਾਪ ਕਰ ਲਿਆ ਸੀ। ਮਿਲਿਓ ਹੰਡੋਰੀ ਅਰ ਜਸਵਾਲ, ਹੰਡੋਰਿਆ ਦਾ ਮਾਲਕ ਜਸਵਾਰ ਰਿਆ ਦਾ ਮਾਲਕ ਸਾਰੇ ਹੀ ਹੁਣ ਚਾਰੇ ਪਾਸਿਆਂ ਤੋਂ ਹੀ ਇਕੱਠੇ ਹੋਣ ਲੱਗ ਪਏ ਹਨ। ਭੀਮ ਚੰਦ ਆਦਿਕ ਗਿਰਪਾਲ, ਭੀਮ ਚੰਦ ਸਾਰਿਆਂ ਦਾ ਮੁਖੀ ਬਣਿਆ ਹੋਇਆ ਸੀ। ਅਬ ਗੁਰ ਦਲ ਕਰ ਧੂਮ ਮਚਾਈ, ਕਹਿ ਲੱਗਿਆ ਵੀ ਦੇਖੋ ਕਈ ਪਿੰਡਾਂ ਦੇ ਉੱਪਰ ਖਾਲਸੇ ਨੇ ਆਪਣੇ ਵੱਲੋਂ ਹਮਲੇ ਵੀ ਕਰ ਦਿੱਤੇ ਹਨ। ਬਿਨਾ ਲੜੀ ਬਹੁ ਕਿਉਂ ਬਨ ਆਈ, ਹੁਣ ਆਪਾਂ ਨੂੰ ਜੰਗ ਯੁੱਧ ਕੀਤੇ ਬਗੈਰੇ ਕਾਰਜ ਕਦੇ ਨਹੀਂ ਸਰੇਗਾ। ਇਤ ਦਿਸ਼ ਤੀ ਅਖੇੜ ਭੀ ਚੜੈ, ਜਦੋਂ ਵੀ ਕਿਤੇ ਨਾ ਜੋਧੇ ਸੂਰਮੇ ਬਾਹਰ ਆਪਣਾ ਸ਼ਿਕਾਰ ਖੇਡਣ ਵਾਸਤੇ ਆਉਂਦੇ ਹਨ। ਕਰ ਨੁਕਸਾਨ ਸਿੰਘ ਦਲ ਲੜੈ, ਉਹ ਸਮੇਂ ਭਾਵੇਂ ਖਾਲਸੇ ਨੇ ਕਦੇ ਕਿਸੇ ਦੇ ਨਾਲ ਕੋਈ ਵਧੀਕੀ ਨਹੀਂ ਕੀਤੀ ਹੈ, ਨਾ ਗੁਰੂ ਕੇ ਪਿਆਰੇ ਜੋਧੇ ਸੂਰਮੇ ਕਿਸੇ ਦਾ ਕੋਈ ਐਵੇਂ ਨਜਾਇਜ਼ ਨੁਕਸਾਨ ਵੀ ਨਹੀਂ ਕਰਿਆ ਕਰਦੇ ਸਨ। ਸਭ ਮਿਲ ਇੱਕ ਥਲ ਹੋਏ ਲਰੀਜੈ, ਭੀਮ ਚੰਦ ਕਹਿ ਲੱਗਾ ਵੀ ਕੱਲਾ ਤੋਂ ਕੱਲਾ ਤਾਂ ਨਹੀਂ ਗੁਰੂ ਜੀ ਦਾ ਕੋਈ ਮੁਕਾਬਲਾ ਕਰ ਸਕਦਾ ਆਪਣੇ ਵਿੱਚੋਂ। ਆਪਾਂ ਸਾਰੇ ਜਦੋਂ ਇਕੱਠੇ ਹੋ ਗਏ ਫਿਰ ਸ਼ਾਇਦ ਥੋੜੀ ਬਹੁਤੀ ਬਰਾਬਰੀ ਹੋ ਸਕਦੀ ਹੈ। ਰਾਜ ਆਪਨੋ ਰਾਖਨ ਕੀਜੈ, ਭੀਮ ਚੰਦ ਨੇ ਸਮਝਾਇਆ ਵੀ ਜੇ ਤਾਂ ਤੁਸੀਂ ਆਪਣੀਆਂ ਇਹ ਰਿਆਸਤਾਂ ਇਸੇ ਤਰ੍ਹਾਂ ਹੀ ਕਾਇਮ ਰੱਖਣੀਆਂ ਹਨ, ਪੁਨ ਇਤ ਆਈ ਨਾ ਕਰੀ ਸੰਭਾਰੀ, ਆਪਾਂ ਨੂੰ ਫਿਰ ਪ੍ਰਜਾ ਦੀ ਆਪ ਹੀ ਜਾ ਕਰਕੇ ਸੰਭਾਲ ਕਰਨੀ ਪਵੇਗੀ। ਆਪ ਜੇ ਗੁਰ ਸ਼ਿਕਾਰ ਇਤ ਆਈ, ਜੇ ਕਿਤੇ ਗੁਰੂ ਜੀ ਆਪ ਜੰਗਲਾਂ ਬਿਆਵਾਨਾਂ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਆ ਸਕਦੇ ਹਨ। ਫਿਰ ਬੇ ਦੇਹੋ ਨਾ ਤੁਪਕ ਚਲਾਈ, ਭੀਮ ਚੰਦ ਮਹਾਰਾਜ ਦੇ ਪਾਸੋਂ ਡਰਦਾ ਵੀ ਬੜਾ ਹੈ। ਉਹਨਾਂ ਨੂੰ ਕਹਿਣ ਲੱਗਿਆ ਵੀ ਜੇ ਕਿਤੇ ਗੁਰੂ ਜੀ ਆ ਗਏ ਫਿਰ ਕਿਸੇ ਨੇ ਵੀ ਜਾ ਕਰਕੇ ਕੋਈ ਆਪਣੇ ਵੱਲੋਂ ਬੰਦੂਕ ਜਾਂ ਤੀਰ ਵਗੈਰਾ ਨਹੀਂ ਚਲਾਉਣਾ ਹੈ। ਜਗ ਗੁਰ ਭਇਓ ਤਾਂ ਕਿਆ ਹੋਈ ਗਇਓ, ਕਹਿ ਲੱਗਿਆ ਜੈਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਸੰਗਤਾਂ ਦੇ ਗੁਰੂ ਬਣ ਚੁੱਕੇ ਹਨ ਤਾਂ ਫਿਰ ਕੀ ਹੋ ਗਿਆ ਹੈ। ਨਹੀਂ ਰਾਜ ਤੋ ਹਮਨੇ ਦਇਓ, ਆਪਾਂ ਨੇ ਕੋਈ ਇਹਨਾਂ ਨੂੰ ਰਿਆਸਤਾਂ ਦਾ ਮਾਲਕ ਥੋੜੋ ਬਣਾਇਆ ਹੋਇਆ ਹੈ। ਜੇ ਸਨਮੁਖ ਹੋਈ ਦੇਹੋ ਨਾ ਜੰਗ, ਜੈ ਕਰ ਸਾਹਮਣੇ ਹੋ ਕਰਕੇ ਆਪਾਂ ਗੁਰੂ ਜੀ ਦੇ ਨਾਲ ਕੋਈ ਵੱਡੇ ਵੱਡੇ ਜੰਗ ਯੁੱਧ ਨਹੀਂ ਕਰਾਂਗੇ। ਰਾਜ ਵਿਨਾਸ਼ ਕਰੇ ਸਰਬੰਗ, ਦੇ ਲੋ ਫਿਰ ਸਮਾਂ ਪਾ ਕਰਕੇ ਤੁਹਾਡੀਆਂ ਇਹ ਸਾਰੀਆਂ ਰਿਆਸਤਾਂ ਹੀ ਬੜੀਆਂ ਕਮਜ਼ੋਰ ਹੋ ਜਾਣੀਆਂ ਹਨ। ਕਿਤਨੇ ਗ੍ਰਾਮ ਖੇਤ ਉਜਾਰੀ, ਆ ਪਹਿਲਾਂ ਵੀ ਕਈ ਪਿੰਡਾਂ ਦੇ ਉੱਪਰ ਗੁਰੂ ਜੀ ਨੇ ਚੜਾਈ ਕਰਕੇ ਲੋਕਾਂ ਦੀ ਮਾਰ ਕੁਟਾਈ ਕੀਤੀ ਹੈ। ਨੋਹ ਬਜਰੂੜ ਕਤਲ ਕਰ ਮਾਰੀ, ਇਸੇ ਤਰ੍ਹਾਂ ਬਜਰੋੜ ਪਿੰਡ ਹੈ, ਨੋਹ ਨਗਰ ਹੈ, ਇੱਥਾਂ ਦੇ ਲੋਕਾਂ ਦਾ ਬੜਾ ਕਹਿਣ ਲੱਗਿਆ ਵੀ ਨੁਕਸਾਨ ਹੋ ਚੁੱਕਿਆ ਹੈ। ਇਮ ਸਲਾਹ ਕਰ ਚਮੂ ਬਿਥਾਰੀ, ਭੀਮ ਚੰਦ ਨੇ ਸਾਰਿਆਂ ਨੇ ਨਾਲ ਸਲਾਹ ਕਰਕੇ ਥਾਂ ਥਾਂ ਤੇ ਇਹਨੇ ਆਪਣੀਆਂ ਫੌਜਾਂ ਪਿੰਡਾਂ ਔਰ ਨਗਰਾਂ ਦੇ ਵਿੱਚ ਬਿਠਾ ਦਿੱਤੀਆਂ ਹਨ। ਜਿਤ ਆਵ ਹੈ ਸਿੰਘਨ ਅਸਵਾਰੀ, ਵੀ ਜਿਸ ਦਿਸ਼ਾ ਦੇ ਵੱਲੋਂ ਕਿਤੇ ਗੁਰੂ ਜੀ ਦੇ ਬਹੁਤ ਸਾਰੇ ਸਿੰਘ ਸੂਰਮੇ ਜਦੋਂ ਵੀ ਉਹਨਾਂ ਨੇ ਚੜਾਈ ਕਰਕੇ ਆਉਣਾ ਹੈ, ਲੀਲੇ ਢੋਲ ਬਜਾਏ ਨਗਾਰੀ, ਉਸ ਵਕਤ ਜਿਹੜੇ ਵਿਚਾਰੇ ਪਿੰਡਾਂ ਸ਼ਹਿਰਾਂ ਦੇ ਲੋਕ ਡਰਦੇ ਹੋਏ ਢੋਲ ਤੇ ਨਗਾਰੇ ਵਜਾਉਣ ਲੱਗ ਜਾਂਦੇ ਸੀ। ਕਰਤ ਯੂਚ ਧੁਨ ਮਾਰ ਬਕਾਰੀ, ਪਰ ਖਾਲਸਾ ਉਸ ਸਮੇਂ ਚਾਰੇ ਪਾਸੇ ਆਜ਼ਾਦੀ ਦੇ ਨਾਲ ਵਿਚਰਦਾ ਸੀ। ਧੁੰਦ ਮਚਿਓ ਜਬ ਦੇਸ਼ ਮਝਾਰੀ, ਜਦੋਂ ਚਾਰੇ ਪਾਸੇ
ਇਲਾਕੇ ਦੇ ਵਿੱਚ ਇਹੋ ਜਿਹੀਆਂ ਲੜਾਈਆਂ ਪੜ੍ਹਾਈਆਂ ਹੋਣ ਲੱਗ ਪਈਆਂ ਸਨ। ਤਿਮ ਹੀ ਸਿੰਘ ਚੜੇ ਬਲ ਧਾਰੀ। ਹੁਣ ਜਦੋਂ ਕਿਤੇ ਦੁਸ਼ਟ ਪਾਪੀ ਲੋਕ ਸਾਹਮਣੇ ਆ ਜਾਂਦੇ ਹਨ ਤੇ ਉਸ ਸਮੇਂ ਦਾ ਫਿਰ ਸਤਿਗੁਰੂ ਜੀ ਦੇ ਯੋਧਾ ਸੂਰਮਿਆਂ ਨੂੰ ਵੀ ਇਹਨਾਂ ਦੇ ਉੱਪਰ ਆਪਣੇ ਸਾਤਰ ਚਲਾਉਣੇ ਪੈਂਦੇ ਹਨ। ਕ੍ਰਿਖ ਕਾਟਤ ਬਹੁ ਮਚੈ ਲੜਾਈ। ਜਿੱਥੇ ਕਿਤੇ ਵੀ ਕੋਈ ਹਰਾ ਹਰਾ ਘਾਹ ਯੋਧਾ ਸੂਰਮਿਆਂ ਨੂੰ ਪ੍ਰਾਪਤ ਹੁੰਦਾ ਸੀ, ਤੜ ਭੜ ਚਲੈ ਤੁਪਕ ਸਮੁਦਾਈ। ਜਿਹੜੇ ਆਕੜਦੇ ਨੇ ਅੱਗੋਂ ਯੋਧਾ ਸੂਰਮਿਆਂ ਦੇ, ਉਹਨਾਂ ਨਾਲ ਫਿਰ ਉਸ ਸਮੇਂ ਕਈ ਦਫਾ ਮੁਕਾਬਲਾ ਵੀ ਹੋ ਜਾਂਦਾ ਸੀ। ਮਾਰ ਹੈ ਜੰਗ ਨਿਤ ਹੋਤ। ਪਰ ਜਾਨਾ ਆ ਮਾਰ ਮਰੀਏ ਦਾ ਜਿਹੜਾ ਕੰਮ ਹੀ ਪਹਾੜੀ ਇਲਾਕੇ ਦੇ ਵਿੱਚ ਸ਼ੁਰੂ ਹੋ ਗਿਆ ਸੀ। ਕਬ ਕਿਤੋਂ ਉਦੋਤ। ਉਹਦੇ ਕਿਤੇ ਥੋੜਾ ਜਿਹਾ ਇੱਕ ਦੂਜੇ ਦੇ ਨਾਲ ਮੁੱਠ ਭੇੜ ਹੋ ਜਾਂਦਾ ਹੈ। ਸੀਖੇ ਜੰਗ ਘਾਤ ਵਿਦ ਨਾਨਾ। ਖਾਲਸੇ ਨੇ ਇਹੋ ਜਿਹੇ ਮਾੜੇ ਮੋਟੇ ਮੁਕਾਬਲਿਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਜੰਗਾਂ ਦੇ ਦਾ ਘਾਹ ਵੀ ਸਿੱਖ ਲਏ ਸਨ। ਦਿਨ ਪ੍ਰਤ ਰਿਪਨ ਸੰਗ ਕਮਸਾਨਾ। ਰੋਜ਼ ਦੀ ਰੋਜ਼ ਕੋਈ ਨਾ ਕੋਈ ਹੋ ਜਿਹਾ ਕਮਸਾਨ ਦਾ ਜੰਗ ਇਹਨਾਂ ਦੇ ਨਾਲ ਹੁੰਦਾ ਹੀ ਰਹਿੰਦਾ ਸੀ। ਇੱਕ ਦਿਨ ਬੈਠਿਓ ਲੱਗੇ ਦੀਵਾਨ। ਇੱਕ ਦਿਨ ਫਿਰ ਜਦੋਂ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਸਨ, ਬੀਚ ਬਿਰਾਜ ਹੈ ਗੁਰ ਭਗਵਾਨ। ਭਗਵਾਨ ਦਾ ਰੂਪ ਦਸ਼ਮੇਸ਼ ਪਿਤਾ ਦੀਵਾਨ ਦੇ ਵਿੱਚ ਬੈਠ ਕਰਕੇ ਬੜੀ ਸ਼ੋਭਾ ਪਾ ਰਹੇ ਸੀ। ਚਲੀ ਵਾਰਤਾ ਕਰਬੇ ਜੁਧ। ਉਸ ਸਮੇਂ ਫਿਰ ਜੁੱਧ ਜੰਗ ਕਰਨ ਦੀ ਜਿਹੜੀ ਵਾਰਤਾ ਸੰਗਤਾਂ ਦੇ ਵਿੱਚ ਛਿੜ ਪਈ ਹੈ। ਲਰਹਿ ਪਹਾੜੀ ਕਰ ਕਰ ਕ੍ਰੋਧ। ਵੀ ਜਿਹੜੇ ਪਹਾੜੀ ਲੋਕ ਖਾਲਸੇ ਦੇ ਨਾਲ ਬੜੇ ਕ੍ਰੋਧ ਦੇ ਸਹਿਤ ਹੋ ਕਰਕੇ ਤਾਂ ਲੜਦੇ ਹੀ ਰਹਿੰਦੇ ਹਨ। ਤਉ ਨ ਠਹਿਰਹਿ ਖੇਤ ਮਝਾਰੀ। ਪਰ ਜਦੋਂ ਯੋਧਾ ਸੂਰਮੇ ਅੱਗੋਂ ਪੈਂਦੇ ਹਨ, ਉਸ ਸਮੇਂ ਇਹਨਾਂ ਪਹਾੜੀਆਂ ਦਾ ਕੋਈ ਵੀ ਜਿਹੜਾ ਪੈਰ ਮੈਦਾਨੇ ਜੰਗ ਦੇ ਵਿੱਚ ਨਹੀਂ ਟਿਕਦਾ ਸੀ। ਕਾਤੁਰ ਹੋਤ ਪਰਹਿ ਜਬ ਮਾਰੀ। ਖਾਲਸੇ ਦਾ ਜ਼ੋਰ ਬਲ ਦੇ ਕਰਕੇ ਇਹ ਤਾਂ ਸਾਰੀ ਡਰਪੋਕ ਬੁਜ਼ਦਿਲ ਕਹਿਰਾਂ ਦੇ ਸਮਾਨ ਬਣ ਜਾਂਦੇ ਸਨ। ਕਿਰਪਾ ਧਾਰ ਗੁਰ ਤਬਹਿ ਬਖਾਨਾ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਵੀ ਬੜੀ ਰਹਿਮਤ ਦੇ ਸਹਿਤ ਹੋ ਕਰਕੇ ਕਹਿਣ ਲੱਗੇ ਸਨ, ਤੇਜ ਖਾਲਸੀ ਬਦਹ ਮਹਾਨਾ। ਭਾਈ ਇਹ ਤਾਂ ਸਹਿਜੇ ਸਹਿਜੇ ਮੇਰੇ ਖਾਲਸੇ ਦਾ ਬੜਾ ਤੇਜ ਪ੍ਰਤਾਪ ਚਾਰੇ ਪਾਸੇ ਬੜਾ ਵੱਧ ਜਾਣਾ ਹੈ। ਸਮਾਂ ਪਾਈ ਪਸਰਹਿ ਸਭ ਧਰਾ। ਥੋੜਾ ਜਿਹਾ ਟਾਈਮ ਪੈਣ ਤੋਂ ਬਾਅਦ ਇਹ ਚਾਰੇ ਪਾਸੇ ਹੀ ਮੇਰੇ ਖਾਲਸੇ ਸਜ ਜਾਣੇ ਹਨ। ਹਿੰਦੂ ਤੁਰਕ ਨਾ ਹੋਵਹਿ ਖੜਾ। ਇਹਨਾਂ ਦੇ ਅੱਗੇ ਨਾ ਕੋਈ ਹਿੰਦੂ ਨਾ ਤੁਰਕ ਨਾ ਮੁਗਲ ਪਠਾਨ ਕੋਈ ਵੀ ਅੜ ਕਰਕੇ ਨਹੀਂ ਖੜ ਸਕੇਗਾ। ਬਦੈ ਸਮਾਜ ਰਾਜ ਕੋ ਭਾਰਾ। ਮੇਰੇ ਖਾਲਸੇ ਦਾ ਬੜਾ ਹੀ ਸਾਜੋ ਸਮਾਜ ਦੁਨੀਆ ਦੇ ਅੰਦਰ ਵੱਧ ਜਾਣਾ ਹੈ। ਜਬ ਬਿਦਤ ਹੈ ਜਨ ਹੈ ਜਗ ਸਾਰਾ। ਜਦੋਂ ਖਾਲਸਾ ਪ੍ਰਗਟ ਹੋ ਗਿਆ ਫੇਰ ਹੀ ਪਤਾ ਲੱਗੂ ਸਾਰੀ ਦੁਨੀਆ ਦੇ ਲੋਕਾਂ ਨੂੰ ਵੀ ਇਹ ਤਾਂ ਚਾਰੇ ਦੇਸ਼ਾਂ ਦੇ ਵਿੱਚ ਹੀ ਵੱਧ ਚੁੱਕੇ ਹਨ। ਸੁਣ ਕਰ ਦਇਆ ਸਿੰਘ ਵੱਡ ਧੀਰ। ਉਸ ਸਮੇਂ ਭਾਈ ਦਇਆ ਸਿੰਘ ਜੀ ਪੰਜਾਂ ਪਿਆਰੇ ਦੇ ਮੁਖੀ ਇਹ ਬੜੀ ਬੜੀ ਧੀਰ ਦੇ ਸਹਿਤ ਕਹਿਣ ਲੱਗੇ ਸੀ। ਉਦੇ ਸਿੰਘ ਆਲਮ ਸਿੰਘ ਵੀਰ। ਐਸੇ ਤਰ੍ਹਾਂ ਭਾਈ ਉਦੈ ਸਿੰਘ ਭਾਈ ਆਲਮ ਸਿੰਘ ਮਹਾਰਾਜ ਦੇ ਬਹੁਤ ਵੱਡੇ ਵੱਡੇ ਯੋਧੇ ਸੂਰਮੇ ਹਨ। ਮੋਹਕਮ ਸਿੰਘ ਸਾਹਿਬ ਸਿੰਘ ਜੋਧਾ। ਐਸੇ ਤਰ੍ਹਾਂ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਇਹ ਪੰਜਾਂ ਪਿਆਰਿਆਂ ਚੋਂ ਹਨ। ਹਿੰਮਤ ਸਿੰਘ ਰਾਮ ਸਿੰਘ ਬੋਧਾ। ਭਾਈ ਹਿੰਮਤ ਸਿੰਘ ਭਾਈ ਰਾਮ ਸਿੰਘ ਇਹ ਵੀ ਬੜੇ ਗਿਆਨ ਨੂੰ ਧਾਰਨ ਕਰਨ ਵਾਲੇ ਹਨ। ਇਨਤੇ ਆਦ ਖਾਲਸਾ ਸਾਰਾ। ਇਹੋ ਜਿਹੇ ਜਿਹੜੇ ਮਾਨ ਕਰਨੀਆਂ ਦੇ ਮਾਲਕ ਖਾਲਸੇ ਯੋਧੇ ਸੂਰਮੇ ਮਹਾਰਾਜ ਦੇ ਚਰਨਾਂ 'ਚ ਬੈਠੇ ਸੀ। ਕਰ ਜੋਰਤ ਸਰਬਤਰ ਉਚਾਰਾ। ਸਾਰਿਆਂ ਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੱਤੀ ਹੈ। ਮੁਗਲ ਪਠਾਨਨ ਤੇਜ ਵਡੇਰਾ। ਸੱਚੇ ਪਾਤਸ਼ਾਹ ਵੀ ਹੁਣ ਤਾਂ ਆਪਣੇ ਸਾਰਿਆਂ ਦੇ ਸਾਹਮਣੇ ਤੁਰਕਾਂ ਮੁਗਲਾਂ ਪਠਾਨਾਂ ਦਾ ਬੜਾ ਤੇਜ ਪ੍ਰਤਾਪ ਵਧਿਆ ਹੋਇਆ ਹੈ। ਸਗਰੋ ਜਗਤ ਜੀਤ ਕਰ ਜੇਰਾ। ਇਹਨਾਂ ਨੇ ਤਾਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ
ਰਿਆਸਤਾਂ ਦੇ ਮਾਲਕ ਔਰ ਜਿੱਤ ਕਰਕੇ ਆਪਣੇ ਵਾਅਦੇ ਵਿੱਚ ਕੀਤੇ ਹੋਏ ਹਨ। ਅਬ ਹਮ ਹੁਕਮ ਆਪ ਕੋ ਚਾਹਤ, ਸੱਚੇ ਪਾਤਸ਼ਾਹ ਵੀ ਹੁਣ ਅਸੀਂ ਆਪ ਦਾ ਜਿਹੜਾ ਹੁਕਮ ਪ੍ਰਾਪਤ ਕਰਨਾ ਚਾਹੁੰਦੇ ਹਾਂ। ਹਰ ਬੇ ਤੁਰਕਨ ਹੀ ਤੋ ਮਾਹਤ, ਸਾਡੇ ਮਨ ਦੇ ਵਿੱਚ ਵੀ ਇਹਨਾਂ ਜ਼ਾਲਮਾਂ ਪਾਪੀਆਂ ਦਾ ਨਾਸ਼ ਕਰਨ ਦੇ ਲਈ ਬੜਾ ਜਿਹੜਾ ਉਦਮ ਪਰ ਸ਼ਰਤ ਪੈਦਾ ਹੁੰਦਾ ਰਹਿੰਦਾ ਹੈ। ਭਇਓ ਖਾਲਸਾ ਵੀਰ ਵਿਸਾਲਾ, ਸੱਚੇ ਪਾਤਸ਼ਾਹ ਵੀ ਆਪਦੇ ਜਿਹੜੇ ਗੁਰਸਿੱਖ ਪ੍ਰੇਮੀ ਯੋਧੇ ਸੂਰਮੇ ਇਹ ਵੀ ਬੜੇ ਜਿਹੜੇ ਜਵਾਨਾਂ ਦੇ ਸਮਾਨ ਬਣ ਚੁੱਕੇ ਹਨ। ਮੁਗਲ ਪਠਾਨ ਹੋਹੇ ਬਸ ਕਾਲਾ, ਆ ਜਿਹੜੇ ਤੁਰਕ ਮੁਗਲ ਪਠਾਨੇ ਤਾਂ ਕਾਲ ਦੇ ਵਸ ਹੋ ਜਾਣੇ ਨੇ। ਪ੍ਰਥਮ ਮਰਦ ਕੋ ਗਰਦ ਮਿਲਾਵੇਂ, ਸੱਚੇ ਪਾਤਸ਼ਾਹ ਵੀ ਪਹਿਲਾਂ ਤਾਂ ਆ ਜਿਹੜੇ ਨਾ ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਮਰਦ ਯੋਧੇ ਸੂਰਮੇ ਕਹਾਉਣ ਵਾਲੇ ਗਰਦ ਮਿਲਾਵੇਂ, ਉਹਨਾਂ ਨੂੰ ਤਾਂ ਅਸੀਂ ਸਾਤਰ ਬਹੁੰਦੇ ਆ ਗਰਦ ਮਿਲਾਵੇਂ ਮਿੱਟੀ ਦੇ ਵਿੱਚ ਮਿਲਾ ਸਕਦੇ ਆ। ਬਨਹ ਜਰਦ ਰੂ ਭੀਰ ਪਲਾਵੇਂ, ਆ ਜਿਹੜੇ ਡਰਪੋਕ ਕੈਰ ਬੁੱਝਦਲ ਇਹ ਤਾਂ ਜਦੋਂ ਖਾਲਸੇ ਦੇ ਸਾਹਮਣੇ ਆਉਣ ਦੇ ਨਾਲ ਹੀ ਨਾ ਇਹਨਾਂ ਦੇ ਜਿਹੜੇ ਚਿਹਰੇ ਹਲਦੀ ਦਾ ਸਮਾਨ ਪੀਲੇ ਪਾਏ ਜਾਂਦੇ ਨੇ। ਦਿਨ ਪ੍ਰਤ ਕਰ ਕਰ ਜੰਗ ਨਬੀਰੈ, ਮਹਾਰਾਜ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੂੰ ਤਾਂ ਹੁਣ ਦਿਨ ਪ੍ਰਤ ਜੰਗ ਯੁੱਧ ਕਰਦਿਆਂ ਹੀ ਨਿਬੇੜਨਾ ਪਵੇਗਾ। ਪੁਰਕੇ ਦੁਰਗ ਕੋਟ ਸਭ ਘੇਰੈ, ਸਤਿਗੁਰੂ ਜੀ ਨੇ ਜਿਹੜੇ ਵੱਡੇ ਵੱਡੇ ਕਿਲੇ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ। ਚੌਂਪ ਖਾਲਸੇ ਕੀ ਸੁਨ ਸਤਗੁਰ, ਜਦੋਂ ਇਹੋ ਜਿਹਾ ਵੀਰ ਰਸ ਯੁੱਧ ਕਰਨ ਦੇ ਲਈ ਇਹਨਾਂ ਦੇ ਮਨ ਦੇ ਅੰਦਰ ਬੜਾ ਇਹੋ ਜਿਹਾ ਉਤਸ਼ਾਹ ਪੈਦਾ ਹੋ ਚੁੱਕਿਆ ਸੀ। ਕਰਿਓ ਪ੍ਰਸੰਗ ਸੁਨਾਵਨ ਭਾਤੁਰ, ਉਸ ਸਮੇਂ ਸਤਿਗੁਰੂ ਜੀ ਨੇ ਹੋਰ ਵੀ ਜਿਹੜੇ ਪੁਰਾਤਨ ਪ੍ਰਸੰਗ ਖਾਲਸੇ ਨੂੰ ਸੁਣਾਏ ਸਨ। ਜਮਨੇ ਠਟਿਓ ਨੇਮ ਇੱਕ ਬੇਰੀ, ਵੀ ਇੱਕ ਵਾਰੀ ਜਿਹੜਾ ਧਰਮ ਰਾਜੇ ਦਾ ਦੂਤ ਜਮ ਹੈ ਉਹਨੇ ਇਹ ਨੇਮ ਧਾਰਨ ਕਰ ਲਿਆ ਸੀ। ਹਿੰਸਾ ਮੈਂ ਨਾ ਕਰੋ ਕਿਸ ਕੀਰੀ, ਵੀ ਹੁਣ ਤੋਂ ਬਾਅਦ ਮੈਂ ਕਦੇ ਵੀ ਕਿਸੇ ਦੀ ਜਿਹੜੀ ਜੀਵ ਦੀ ਜੀਵ ਹਿੰਸਾ ਨਹੀਂ ਕਰਨਾ। ਜਿਹਦੀ ਹੁਣ ਡਿਊਟੀ ਆ ਪ੍ਰਾਣੀਆਂ ਨੂੰ ਮਾਰਨ ਦੇ ਉੱਪਰ ਲਗਾਈ ਹੋਈ ਹੈ, ਉਹ ਸਮੇਂ ਜਮ ਰਾਜਾ ਸੋਚਣ ਲੱਗਿਆ ਵੀ ਮੈਂ ਤਾਂ ਬੜੀ ਜੀਵਾਂ ਦੀ ਹਿੰਸਾ ਹੁਣ ਤੱਕ ਕਰ ਚੁੱਕਿਆ। ਪ੍ਰਜਾ ਵਿਸਾਲ ਬਦੀ ਤਿਸ ਕਾਲਾ, ਉਹ ਸਮੇਂ ਚਾਰੇ ਪਾਸੇ ਜਿਹੜੀ ਪਬਲਿਕ ਪ੍ਰਜਾ ਬੜੀ ਭਾਰੀ ਗਿਣਤੀ ਦੇ ਵਿੱਚ ਵੱਧ ਗਈ ਸੀ। ਭਇਓ ਦੂਰ ਡਰ ਕਾਲ ਕਰਾਲਾ, ਸਾਰੇ ਪ੍ਰਾਣੀਆਂ ਦੇ ਮਨ ਦੇ ਵਿੱਚੋਂ ਕਾਲ ਦਾ ਮੌਤ ਦਾ ਜਿਹੜਾ ਡਰ ਦੂਰ ਹੋ ਗਿਆ ਸੀ। ਇੱਕ ਇੱਕ ਕੈ ਪਰਿਵਾਰ ਕਨੇਰੀ, ਹੁਣ ਇੱਕ ਇੱਕ ਘਰ ਦੇ ਵਿੱਚ ਪਤਾ ਨਹੀਂ ਕਿਤਨੇ ਪਰਿਵਾਰ ਦੇ ਮੈਂਬਰ ਵੱਧ ਚੁੱਕੇ ਹਨ। ਨਿਪਜੀ ਸੰਤਤ ਅਗੋਂ ਅਗੇਰੀ, ਅੱਗੇ ਤੋਂ ਅੱਗੇ ਉਹਨਾਂ ਦੀ ਜਿਹੜੀ ਸੰਤਾਨ ਔਲਾਦ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਵੱਧ ਚੁੱਕੀ ਹੈ। ਧਰਨੀ ਪਰ ਨਰ ਭੀਰ ਵਡੇਰੀ, ਚਾਰੇ ਪਾਸੇ ਧਰਤੀ ਦੇ ਉੱਪਰ ਪ੍ਰਾਣੀਆਂ ਦੀ ਬੜੀ ਭੀੜ ਵੱਧ ਚੁੱਕੀ ਸੀ। ਜਨਮਹਿ ਨਿਤ ਮ੍ਰਿਤ ਕਿਸਹੁ ਨਾ ਕੇਰੀ, ਜਦੋਂ ਜਮ ਰਾਜੇ ਨੇ ਇਹ ਨੇਮ ਕਰ ਲਿਆ ਵੀ ਮੈਂ ਹੁਣ ਜੀਵਾਂ ਨੂੰ ਨਹੀਂ ਮਾਰਨਾ, ਫਿਰ ਹੁਣ ਸਹਿਜੇ ਸਹਿਜੇ ਮਾਤਲੋ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ। ਦੂਸਰੀ ਸਾਈਡ ਤੇ ਜੇ ਸਤਿਗੁਰੂ ਜੀ ਦੇ ਆਸ਼ੇ ਦੇ ਮੁਤਾਬਕ ਨਿਗਾਹ ਮਾਰ ਕੇ ਦੇਖਿਆ ਜਾਏ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਪ੍ਰਵਚਨ ਕੀਤੇ ਹਨ। ਉਹਨਾਂ ਅੰਮ੍ਰਿਤਮਈ ਵਚਨਾਂ ਨੂੰ ਤਕਰੀਬਨ ਸਾਰੀ ਗੁਰੂ ਕੇ ਪਿਆਰੇ ਜਿਹੜੇ ਨਿਤਨੇਮ ਕਰਨ ਵਾਲੇ ਪੜ੍ਹਦੇ ਵੀ ਰਹਿੰਦੇ ਹਨ। ਵੀ ਚਾਹੇ ਪਰਮਾਤਮਾ ਨੇ ਸੂਰਜ ਔਰ ਜੋ ਚੰਦਰਮਾ, ਅਗਨ ਦੇਵਤਾ, ਪਵਨ ਦੇਵਤਾ, ਇਹ ਹੁਣ ਤੋਂ ਉਸੇ ਤਰ੍ਹਾਂ ਪਰਮਾਤਮਾ ਦੀ ਆਗਿਆ ਦੇ ਵਿੱਚ ਹੀ ਚੱਲ ਰਹੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ,
ਇੱਕ ਲਾਏ ਦੀਵਾਨ। ਇਹ ਵੀ ਭਗਵਾਨ ਨੇ ਤਿੰਨ ਦੇਵਤਿਆਂ ਦੀਆਂ ਜਿਹੜੀਆਂ ਡਿਊਟੀਆਂ ਉਹ ਨਾਦੀ ਕਾਲ ਤੋਂ ਹੀ ਉਹ ਲਗਾਈਆਂ ਹੋਈਆਂ ਹਨ। ਇੱਕ ਆ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ। ਇੱਕ ਲਾਏ ਦੀਵਾਨ। ਬਰਮਾ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਹਨ ਤੇ ਭਗਵਾਨ ਵਿਸ਼ਨੂੰ ਜੀ ਅੱਗੇ ਫਿਰ ਇਹਨਾਂ ਦੀ ਪਾਲਣਾ ਕਰਦੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਤੇ ਸ਼ਿਵ ਜੀ ਭਗਵਾਨ ਇਹ ਸਾਰਿਆਂ ਦਾ ਸੰਘਾਰ ਕਰਦੇ ਹਨ। ਜਿਤ ਕਿਤ ਬਨ ਥਲ ਗ੍ਰਾਮ ਬਸੀ ਹੈ। ਹੁਣ ਚਾਰੇ ਪਾਸੇ ਵੱਡੇ ਵੱਡੇ ਨਗਰ, ਵੱਡੇ ਵੱਡੇ ਜਿਹੜੇ ਪਿੰਡ ਬਸ ਚੁੱਕੇ ਹਨ। ਸੁਖ ਤੇ ਹਰਕਤ ਨਹੀਂ ਤਰਸੀ ਹੈ। ਪਰ ਹੁਣ ਸਿਓ ਜੇ ਸੁੱਖਾਂ ਦੇ ਵਿੱਚ ਸਾਰੇ ਜੀਵ ਜਦੋਂ ਫਸ ਕਰਕੇ ਬਹਿ ਗਏ ਹਨ। ਦੀਪ ਕਰਮ ਜੀ ਬੇਦੋਂ ਵਰਨੇ। ਹੁਣ ਜਿਹੜੇ ਦੇਵਤਿਆਂ ਦੇ ਸ਼ੁਭ ਕਰਮ ਵੇਦਾਂ ਔਰ ਸ਼ਾਸਤਰਾਂ ਦੇ ਵਿੱਚ ਵਰਣਨ ਕੀਤੇ ਹੋਏ ਹਨ। ਦੇਵਤਿਆਂ ਦੀ ਅਰਚਾ ਕਰਨੀ, ਉਹਨਾਂ ਦੇ ਅੱਗੇ ਧੂਪਾਂ ਧਕਾਉਣੀਆਂ, ਜਾਂ ਫਿਰ ਦੇਵਤਿਆਂ ਦੀਆਂ ਮੂਰਤੀਆਂ ਦੀਆਂ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਬਣਾ ਕਰਕੇ ਪਾਏ ਜਾਂਦੇ ਹਨ। ਠਾਕਰ ਦੀ ਪੂਜਾ ਕੀਤੀ ਜਾਂਦੀ ਹੈ ਵੀ ਜੋ ਵੀ ਆ ਜਾਏ ਉਹ ਦੇਵਤਿਆਂ ਦੇ ਸ੍ਰੇਸ਼ਟ ਕਰਮ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਕਥਨ ਕੀਤੇ ਹੋਏ ਨੇ। ਜਗ ਦਾਨ ਸਤ ਸਿਮਰਨ ਕਰਨੇ। ਇਸੇ ਤਰ੍ਹਾਂ ਉਹ ਵੱਡੇ ਵੱਡੇ ਭੰਡਾਰੇ, ਨਾਮ ਦਾਨ, ਇਸ਼ਨਾਨ ਜੋ ਵੀ ਦਾਨ ਪੁੰਨ ਕੀਤਾ ਜਾਂਦਾ ਹੈ। ਸੋ ਸਭ ਛੋਰ ਭ੍ਰਸ਼ਟ ਹੋਈ ਗਈ। ਹੁਣ ਉਸ ਵਕਤ ਜਿਹੜੇ ਪੈਦਾ ਹੋਣ ਵਾਲੇ ਪ੍ਰਾਣੀ ਉਹਨਾਂ ਨੇ ਆਪਣੇ ਆ ਜਿਹੜੇ ਸਾਰੇ ਕਰਮ ਧਰਮ ਹੀ ਜਦੋਂ ਤਿਆਗ ਦਿੱਤੇ ਸਨ। ਬਿਨਾ ਮਰਨ ਹੰਕਾਰੀ ਭਈ। ਜਦੋਂ ਕਿਸੇ ਦੀ ਮੌਤ ਹੀ ਨਹੀਂ ਹੋਈ, ਇਹ ਦੇ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਬੜਾ ਮਾਨ ਹੰਕਾਰ ਪੈਦਾ ਹੋ ਗਿਆ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਹੋਰ ਬੜੇ ਹੋ ਜਿਹੇ ਪ੍ਰਵਚਨ ਆਪਣੀ ਰਸਨਾ ਤੋਂ ਸੁਣਾਉਣੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸਮਤਾ ਲੱਗੀ ਸੁਰਨ ਕੀ ਕਰਨੀ। ਇਹ ਤਿਨਹੁ ਸਮ ਨਾਹਿਨ ਮਰਨੀ। ਸਮਤਾ ਲੱਗੀ ਸੁਰਨ ਕੀ ਕਰਨੀ। ਇਹ ਤਿਨਹੁ ਸਮ ਨਾਹਿਨ ਮਰਨੀ। ਇਹ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ।